जिन्ने भी पुराने नोट्स हैगे ने 1949 ਦੇ 1950 ਦੇ 1917 ਦੇ ਬ੍ਰਿਟਿਸ਼ ਟਾਈਮ ਦੇ ਉਹ ਨੋਟਸ ਦੀ ਕਰੰਸੀ ਬਹੁਤ ਅੱਛੀ ਕੰਡੀਸ਼ਨ ਦੇ ਵਿੱਚ ਉਹ ਨੋਟਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਆ 1949 ਨੋਟ ਹੈਗਾ ਇਹ ਬਹੁਤ ਯਾਨੀ ਕਿ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਤੇ ਪਹਿਲਾ 1949 ਦੇ ਵਿੱਚ ਨੋਟ ਪ੍ਰਿੰਟ ਹੋਇਆ ਔਰ ਇਹਦੇ ਤੇ ਸਿਗਨੇਚਰ ਹੋਏ ਸੀਗੇ KRK ਮੈਨਨ। ਆ 1964 ਦਾ ਨੋਟ ਹੈਗਾ ਜੀ ਕਿਉਂਕਿ ਉਸ ਟਾਈਮ 1964 ਦੇ ਵਿੱਚ ਇਹ ਜਿਹੜਾ ਕਰੰਸੀ ਨੋਟ ਸੀਗਾ ਇੰਡੀਆ ਦੀ ਇਕਨੋਮੀ ਇੰਨੀ ਜ਼ਿਆਦਾ ਡਾਊਨ ਹੋ ਗਈ ਸੀਗੀ ਉਸ ਸਾਲ ਸਿਰਫ 5 ਰੁਪਏ ਨੋਟ ਤੇ ਇੱਕ ਜਿਹੜਾ 1 ਰੁਪਏ ਨੋਟ ਇਹ ਦੋ ਹੀ ਨੋਟ ਛਪੇ ਸੀਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ। ਬਹੁਤ ਸਾਰੇ ਲੋਕਾਂ ਨੂੰ ਵੱਖ-ਵੱਖ ਚੀਜ਼ਾਂ ਦੀ ਕਲੈਕਸ਼ਨ ਕਰਨ ਦਾ ਸ਼ੌਂਕ ਹੁੰਦਾ ਹੈ। ਅਸੀਂ ਅਜਿਹੀ ਇੱਕ ਵਿਅਕਤੀ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਕਿ ਵੱਖ-ਵੱਖ ਚੀਜ਼ਾਂ ਦੀ ਜਿਹੜੀ ਵੱਖ-ਵੱਖ ਕਰੰਸੀਆਂ ਦੀ ਜਿਹੜੀ ਹੈ ਉਹ ਕਲੈਕਸ਼ਨ ਕਰਦੇ ਨੇ। ਮੇਰੇ ਨਾਲ ਰੋਹਿਤ ਤਿਵਾਰੀ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰੋਹਿਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਤੇ ਮੈਂ ਜਾਣਨਾ ਚਾਹੁੰਦੀ ਹਾਂ ਕਿਹੜੇ-ਕਿਹੜੇ ਸੰਨ ਦੇ ਨੋਟ ਤੁਹਾਡੇ ਕੋਲ ਇਸ ਟਾਈਮ ਅਵੇਲੇਬਲ ਨੇ? ਮੇਰੇ ਕੋਲੋਂ ਜਿੰਨੇ ਵੀ ਪੁਰਾਣੇ ਨੋਟਸ ਹੈਗੇ ਨੇ 1949 ਦੇ 1950 ਦੇ 1917 ਦੇ ਬ੍ਰਿਟਿਸ਼ ਟਾਈਮ ਦੇ ਉਹ ਨੋਟਸ ਦੀ ਕਰੰਸੀ ਬਹੁਤ ਅੱਛੀ ਕੰਡੀਸ਼ਨ ਦੇ ਵਿੱਚ ਉਹ ਨੋਟਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਸਾਡੇ ਕੋਲ ਆਮ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਇਸ ਨੋਟਾਂ ਦੇ ਬਾਰੇ ਜ਼ਰਾ ਵੀ ਪਤਾ ਨਹੀਂ ਹੈਗਾ ਅਤੇ ਅਸੀਂ ਉਹਨਾਂ ਨੂੰ ਦੱਸਣ ਵਾਸਤੇ ਇਹ ਚੀਜ਼ਾਂ ਜਿਹੜੀਆਂ ਨੂੰ ਕਲੈਕਸ਼ਨ ਕੀਤੀ ਹੈ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਹੈ ਉਹਨਾਂ ਨੂੰ ਇਹਨਾਂ ਨੋਟਾਂ ਬਾਰੇ ਕੁਝ ਪਤਾ ਲੱਗੇ ਕਿ ਸਾਡੀ ਪੁਰਾਣੀ ਕਰੰਸੀ ਕਿੱਦਾਂ ਦੀ ਹੁੰਦੀ ਸੀਗੀ। ਅਤੇ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਲੋਕਾਂ ਨੂੰ ਕਈ ਐਗਜ਼ੀਬਿਸ਼ਨਾਂ ਵਿੱਚ ਅਸੀਂ ਇਹਨਾਂ ਨੂੰ ਦਿਖਾਉਂਦੇ ਹਾਂ ਲੋਕਾਂ ਨੂੰ। ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਨਵੀਂ ਪੀੜ੍ਹੀ ਹੈਗੀ ਹੈ ਉਹ ਇਸ ਹੌਬੀ ਨੂੰ ਅਡੋਪਟ ਕਰੇ ਔਰ ਇਹਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਤੋਂ ਜ਼ਿਆਦਾ ਉਹ ਇਨਵੋਲਵ ਹੋਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਥੋੜ੍ਹਾ ਜਿਹਾ ਗਿਆਨ ਹੋਵੇ। ਸਭ ਤੋਂ ਇਹਦਾ ਇਹੀ ਪਲੱਸ ਪੁਆਇੰਟ ਹੈ ਕਿ ਇਹ ਇੱਕ ਹੌਬੀ ਨਾ ਬਣ ਕੇ ਰਹਿ ਜਾਵੇ। ਇਹਦੇ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਲੋਕਾਂ ਨੂੰ ਵੀ ਇਹਦਾ ਜਿਹੜਾ ਹੈਗਾ ਸ਼ੌਂਕ ਪੈਦਾ ਹੋਵੇ ਨਵੇਂ ਬੱਚਿਆਂ ਨੂੰ। ਸਰ, ਕਿੰਨੇ ਸਮੇਂ ਤੋਂ ਤੁਸੀਂ ਕਲੈਕਸ਼ਨ ਜਿਹੜੀ ਹੈ ਆਪਣੀ ਕਰਦੇ ਆ ਰਹੇ ਹੋ? ਮੈਨੂੰ ਇਹ ਜਿਹੜੀ ਕਲੈਕਸ਼ਨ ਕਰਦੇ ਹੋਏ ਤਕਰੀਬਨ 35 ਸਾਲ ਹੋ ਚੱਲੇ ਨੇ ਅਤੇ 35 ਸਾਲ ਤੋਂ ਇਹ ਸਾਰੀ ਜਿਹੜੀ ਕਲੈਕਸ਼ਨ ਤੁਹਾਨੂੰ ਮੈਂ ਦਿਖਾ ਰਿਹਾ ਇਹ ਤਕਰੀਬਨ 35 ਸਾਲ ਹੋ ਗਏ ਨੇ। ਔਰ ਮੈਂ ਪੂਰੇ ਹਿੰਦੁਸਤਾਨ ਦਾ ਦੌਰਾ ਕੀਤਾ ਇਸ ਚੱਕਰ 'ਚ ਕਈ ਸ਼ਹਿਰਾਂ ਵਿੱਚ ਜਾ ਕੇ ਕਈ ਕਸਬਿਆਂ 'ਚ ਜਾ ਕੇ ਸਾਨੂੰ ਜਿੱਥੋਂ ਪਤਾ ਲੱਗਿਆ ਕਿ ਉਹਨਾਂ ਕੋਲ ਇਹ ਚੀਜ਼ ਹੈਗੀ ਹੈ ਅਸੀਂ ਜਾ ਕੇ ਉਹਦੀ ਓਥੈਂਟਿਸਿਟੀ ਨੂੰ ਚੈੱਕ ਕੀਤਾ ਕਿ ਇਹ ਵਾਕਈ ਜੈਨੂਨ ਹੈ ਕਿਉਂਕਿ ਇਹਨਾਂ ਚੀਜ਼ਾਂ ਵਿੱਚ ਜੈਨੂਨ ਔਰ ਅਨਜੈਨੂਨ ਚੀਜ਼ਾਂ ਵੀ ਬਹੁਤ ਆਉਂਦੀਆਂ ਹੈ। ਚਾਹੇ ਉਹ ਕਰੰਸੀ ਨੋਟਸ ਹੈ ਚਾਹੇ ਉਹ ਕੁਆਇਨਸ ਹੈ ਉਹਨਾਂ ਵਿੱਚ ਵੀ ਫੇਕ ਚੀਜ਼ਾਂ ਬਹੁਤ ਆ ਰਹੀਆਂ ਹੈ। ਇਸ ਕਰਕੇ ਸਾਨੂੰ ਪਹਿਲੇ ਉਹਦੀ ਪਰਖ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਅਸੀਂ ਜੋ ਪਰਖਦੇ ਹਾਂ ਕਿ ਬਾਕੀ ਇਹ ਚੀਜ਼ ਠੀਕ ਹੈਗੀ ਹੈ ਫਿਰ ਅਸੀਂ ਉਹ ਚੀਜ਼ ਨੂੰ ਪਰਚੇਜ਼ ਕਰਦੇ ਹਾਂ। ਸਰ, ਕਿਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਉਹਨੂੰ ਪਰਖਣਾ ਬਹੁਤ ਜ਼ਰੂਰੀ ਹੈ, ਪਰਖਣ ਦੇ ਲਈ ਤੁਸੀਂ ਕੋਈ ਸਟੱਡੀ ਕੀਤੀ ਹੋਈ ਹੈ? ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਇਹ ਜੈਨੂਇਨ ਚੀਜ਼ ਹੈ ਜਾਂ ਫੇਕ ਹੈ? ਇਹ ਸਟੱਡੀ ਇੱਦਾਂ ਹੁੰਦੀ ਹੈ ਕਿ ਕਈ ਲੋਕਾਂ ਦੇ ਨਾਲ ਉੱਠਣ ਬੈਠਣ ਦੇ ਨਾਲ ਲੋਕਾਂ ਨੂੰ ਇਸ ਚੀਜ਼ ਦਾ ਗਿਆਨ ਹੁੰਦਾ ਹੈ। ਔਰ ਜਿੱਦਾਂ ਅਸੀਂ ਪਹਿਲੇ ਨਵੇਂ ਸੀਗੇ ਸਾਨੂੰ ਸੀਨੀਅਰ ਬੰਦਿਆਂ ਨੇ ਸਾਨੂੰ ਬੜਾ ਗਾਈਡ ਕੀਤਾ ਦੱਸਿਆ ਅਤੇ ਅਸੀਂ ਅੱਜ ਹੁਣ ਸਾਨੂੰ ਜੇ ਥੋੜ੍ਹਾ ਬਹੁਤਾ ਇਸ ਚੀਜ਼ ਬਾਰੇ ਪਤਾ ਲੱਗਿਆ ਅੱਜ ਦੀ ਨਵੀਂ ਜਿਹੜੇ ਲੋਕ ਹੈਗੇ ਨੇ ਉਹ ਸਾਡੇ ਕੋਲੋਂ ਫੋਨ ਕਰਕੇ ਜਾਂ ਮਿਲ ਕੇ ਸਾਡੇ ਕੋਲ ਪੁੱਛਦੇ ਕਿ ਇਹ ਸਾਰੀ ਇਹ ਚੀਜ਼ ਜਿਹੜੀ ਹੈਗੀ ਹੈ ਇਹ ਕਿੱਦਾਂ ਦੀ ਹੈਗੀ ਹੈ, ਇਹ ਜੈਨੂਨ ਹੈ, ਇਹ ਬਿਲਕੁਲ ਠੀਕ ਹੈ, ਅਸੀਂ ਇਹਨੂੰ ਲੈ ਲਈਏ ਕਿ ਨਾ ਲਈਏ। ਅਤੇ ਇਹਦੇ 'ਚ ਇਸ ਫੀਲਡ ਦੇ ਵਿੱਚ ਬਹੁਤ ਸਾਰੀ ਨਕਲੀ ਚੀਜ਼ਾਂ ਆਉਂਦੀਆਂ ਨੇ ਅਤੇ ਇਹਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈਗਾ। ਉਹਦੇ ਵਾਸਤੇ ਬੁੱਕਸ ਹੈਗੀਆਂ ਬੁੱਕਸ ਦੇ ਕੁਆਇਨਸ ਦੀਆਂ ਬੁੱਕਸ ਹੈਗੀਆਂ ਕਰੰਸੀ ਨੋਟਸ ਦੀਆਂ ਬੁੱਕਸ ਹੈਗੀਆਂ ਉਹਨਾਂ ਨੂੰ ਬੜਾ ਹੀ ਜ਼ਿਆਦਾ ਉਹਨੂੰ ਪੜ੍ਹਨਾ ਪੈਂਦਾ ਚੰਗੀ ਤਰ੍ਹਾਂ ਤਾਂ ਕਿ ਉਸ ਨੂੰ ਜੇ ਪੜ੍ਹੋਗੇ ਅੱਛੀ ਤਰ੍ਹਾਂ ਉਹਨੂੰ ਪੜ੍ਹੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਵਾਕਈ ਇਹ ਜਿਹੜੇ ਹੈਗੇ ਕਰੰਸੀ ਨੋਟਸ ਜਿਹੜੇ ਹੈਗੇ ਇਹਨਾਂ 'ਚ ਜੈਨੂਨ ਕਿਹੜਾ ਹੈ ਅਤੇ ਅਨਜੈਨੂਨ ਕਿਹੜਾ ਹੈ। ਸਰ, ਕਲੈਕਸ਼ਨ ਕਰਨ ਦੇ ਲਈ ਤੁਹਾਨੂੰ ਵੱਖ-ਵੱਖ ਜਿਹੜੇ ਜਗ੍ਹਾ 'ਤੇ ਜਾਣਾ ਪੈਂਦਾ ਹੋਏਗਾ। ਤੁਸੀਂ ਇਹ ਗਰੁੱਪ ਦੇ ਵਿੱਚ ਇਹ ਕੰਮ ਕਰ ਰਹੇ ਹੋ ਜਾਂ ਫਿਰ ਇੰਡੀਵਿਜੂਅਲੀ ਕਰ ਰਹੇ ਹੋ? ਇੰਡੀਵਿਜੂਅਲੀ ਹੈਗੇ ਔਰ ਗਰੁੱਪ ਵੀ ਹੈਗੇ ਨੇ। ਕਈ ਸਾਡੇ ਕੋਲ ਆਲ ਓਵਰ ਇੰਡੀਆ ਦੇ ਗਰੁੱਪਸ ਹੈਗੇ ਨੇ ਉਹਨਾਂ ਵਿੱਚ ਅਸੀਂ ਸਾਡਾ ਮੈਂਬਰਸ਼ਿਪ ਹੈਗੀ ਹੈ। ਈਵਨ ਦੈਨ ਕਈ ਜਗ੍ਹਾ ਐਗਜ਼ੀਬਿਸ਼ਨਸ ਲੱਗਦੀਆਂ ਅਸੀਂ ਉੱਥੇ ਵੀ ਜਾਂਦੇ ਹਾਂ। ਦਿੱਲੀ ਹੋਇਆ ਔਰ ਆਪਣਾ ਯਮੁਨਾ ਨਗਰ ਹੋਇਆ ਕਈ ਹੋਰ ਟਾਊਨਾਂ ਵਿੱਚ ਅਸੀਂ ਜਾਂਦੇ ਹਾਂ ਅਤੇ ਅਸੀਂ ਜਾ ਕੇ ਉੱਥੋਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਲੱਗਦੀਆਂ ਕਿ ਇਹ ਲੈਣ ਦੇ ਕਾਬਿਲ ਹੈ ਅਤੇ ਅਸੀਂ ਉਹਨਾਂ ਨੂੰ ਲਈਦਾ।
ਸਰ ਬਹੁਤ ਸਾਰੇ ਜਿੱਦਾਂ ਤੁਹਾਡੇ ਕੋਲ ਕਲੈਕਸ਼ਨ ਹੈਗੀ ਹੈ, ਲੋਕ ਵੀ ਆਉਂਦੇ ਹੋਣਗੇ, ਕਈ ਵਾਰ ਤੁਹਾਨੂੰ ਆਫਰ ਵੀ ਦਿੰਦੇ ਹੋਣਗੇ ਕਿ ਜ਼ਿਆਦਾ ਪੈਸੇ ਦੇ ਦਿੰਦੇ ਆ, ਸਾਨੂੰ ਦੇ ਦਿਓ, ਇਸ ਤਰ੍ਹਾਂ ਦਾ ਹੁੰਦਾ ਕਦੇ? ਕਿਸੇ ਵੀ ਕੀਮਤ ਦੇ ਵਿੱਚ ਅਸੀਂ ਇਹਨਾਂ ਨੂੰ ਸੇਲ ਨਹੀਂ ਕਰਦੇ, ਦਿੰਦੇ ਨਹੀਂ ਕਿਸੇ ਨੂੰ, ਕਿਉਂਕਿ ਜਿਹੜੀ ਇੱਕ ਵਾਰੀ ਚੀਜ਼ ਅਸੀਂ ਕਿਸੇ ਨੂੰ ਦੇ ਦਿੱਤੀ, ਉਹ ਸਾਨੂੰ ਪਤਾ ਨਹੀਂ ਦੁਬਾਰਾ ਕਦੋਂ ਮਿਲੇ ਕਿ ਨਾ ਵੀ ਮਿਲੇ, ਕਿਉਂਕਿ ਇਹ ਚੀਜ਼ਾਂ ਐਸੀਆਂ ਨਹੀਂ ਹੈ ਕਿ ਦੁਬਾਰਾ ਫਿਰ ਨਵੀਆਂ ਬਣ ਜਾਣਗੀਆਂ। ਜਿਹੜੀ ਇੱਕ ਵਾਰੀ ਚੀਜ਼ ਬਣ ਗਈ ਉਹ ਦੁਬਾਰਾ ਲੱਭਣੀ ਉਹਨੂੰ ਬੜਾ ਹੀ ਮੁਸ਼ਕਲ ਹੈਗਾ। ਸਰ ਸੋਰਸ ਕੀ ਰਹਿੰਦਾ, ਕਿਵੇਂ ਪਤਾ ਲੱਗਦਾ ਹੈ ਕਿ ਇਹ 1947 ਦਾ ਨੋਟ ਇਹਨਾਂ ਕੋਲ ਹੈਗੇ, ਕਿਸ ਤਰ੍ਹਾਂ ਫਿਰ ਤੁਸੀਂ ਮੈਨੇਜ ਕਰਦੇ ਹੋ ਉਸ ਚੀਜ਼ ਨੂੰ? ਇਹ ਜਿਹੜਾ ਅਸੀਂ ਕਰੰਸੀ ਨੋਟਸ ਹੈਗੇ, ਇਹਨਾਂ ਨੂੰ ਮੈਨੇਜ ਇੱਦਾਂ ਕਰਦੇ ਹਾਂ ਕਿ ਅਸੀਂ ਪਹਿਲੇ ਦੇਖਦੇ ਹਾਂ ਕਿ ਜਿਹੜਾ ਇਹ ਨੋਟਸ ਹੈਗੇ ਨੇ, ਇਹ ਜਿਹੜਾ ਈਅਰ ਦੱਸਦੇ ਪਏ ਬਾਕੀ ਇਸੇ ਈਅਰ 'ਚ ਪ੍ਰਿੰਟ ਹੋਇਆ ਸੀ ਨੋਟ ਕਿ ਨਹੀਂ, ਕਿਉਂਕਿ ਜ਼ਿਆਦਾਤਰ 1 ਰੁਪਏ ਦੇ ਨੋਟ 'ਚ ਕਈ ਵਾਰੀ ਵਿੱਚ ਬ੍ਰੇਕ ਲੱਗੀਆਂ ਔਰ ਕਈ ਵਾਰੀ ਇਹ ਦੁਬਾਰਾ ਰੀਪ੍ਰਿੰਟ ਸ਼ੁਰੂ ਹੋਏ। ਈਵਨ ਦੈਨ 1994 ਤੋਂ ਬਾਅਦ 2015-16 ਦੇ ਵਿੱਚ ਨੋਟ ਪ੍ਰਿੰਟ ਹੋਣੇ ਸ਼ੁਰੂ ਹੋਏ, ਵਿਚਕਾਰ ਪੂਰਾ ਗੈਪ ਰਿਹਾ। ਇੱਦਾਂ ਹੀ 1900 ਜਿਹੜਾ ਸੀਗਾ 17 ਤੋਂ ਬਾਅਦ ਇਹ ਜਿਹੜਾ ਹੈਗਾ ਕਰੰਸੀ ਨੋਟਸ ਫਿਰ ਛਪਣੇ ਬੰਦ ਹੋ ਗਏ ਸੀਗੇ। ਫਿਰ ਇਸ ਤਰੀਕੇ ਨਾਲ ਵਿੱਚ ਕਈ ਵਿੱਚ ਗੈਪ ਪੈਂਦੇ ਰਹੇ। ਸਰ ਇੰਡੀਅਨ ਕਰੰਸੀ ਤੋਂ ਇਲਾਵਾ ਕੋਈ ਫੋਰਨ ਕਰੰਸੀ ਵੀ ਤੁਸੀਂ ਰੱਖਦੇ ਹੋ? ਹਾਂਜੀ, ਕਈ ਕੰਟਰੀਜ਼ ਦੇ ਮੇਰੇ ਕੋਲ ਕਰੰਸੀ ਨੋਟਸ ਵੀ ਹੈਗੇ ਨੇ। ਨੇਪਾਲ ਹੋਇਆ, ਤੁਹਾਡਾ ਚਾਈਨਾ ਹੋਇਆ, ਹੋਰ ਕੰਟਰੀਆਂ ਹੋਈਆਂ, USSR ਦੇ ਐਡੇ ਵੱਡੇ ਨੋਟ ਹੈਗੇ ਨੇ, ਉਹ ਸਾਰੇ ਅਸੀਂ ਕਲੈਕਸ਼ਨ ਉਹਨੂੰ ਵੀ ਰੱਖੀ ਹੋਈ ਹੈ। ਲੇਕਿਨ ਜ਼ਿਆਦਾਤਰ ਜਿਹੜਾ ਲੋਕਾਂ ਦਾ ਰੁਝਾਨ ਨੂੰ ਦੇਖਦੇ ਹੋਏ ਜਿਹੜੇ ਇੰਡੀਅਨ ਕਰੰਸੀ ਨੋਟਸ ਹੈਗੇ ਨੇ, ਇਹਨਾਂ ਦਾ ਜ਼ਿਆਦਾ ਸਾਨੂੰ ਜਿਹੜਾ ਹੈਗਾ ਕਲੈਕਸ਼ਨ ਹੈਗੀ ਸਾਡੇ ਕੋਲ। ਸਰ ਸ਼ੌਂਕ ਕਿਵੇਂ ਪਿਆ ਸੀਗਾ ਇਸ ਚੀਜ਼ ਨੂੰ ਕਲੈਕਸ਼ਨ ਕਰਨ ਦਾ? ਸ਼ੌਂਕ ਇਸ ਤਰੀਕੇ ਨਾਲ ਪਿਆ ਕਿ ਕਈ ਅਸੀਂ 1-2 ਜਗ੍ਹਾ ਗਏ, ਸਾਨੂੰ ਉੱਥੇ ਕਿਸੇ ਬੰਦੇ ਨੇ ਦੱਸਿਆ ਕਿ ਉਹ ਦੇਖੋ ਜੀ, ਉਹ ਫਲਾਣੇ ਬੰਦੇ ਕੋਲ ਇੰਨੇ ਪੁਰਾਣੇ ਨੋਟਸ ਹੈਗੇ ਹੈ। ਜਦੋਂ ਅਸੀਂ ਉਹਨਾਂ ਨੂੰ ਦੇਖਿਆ ਅੱਜ ਤੋਂ 35 ਸਾਲ ਪਹਿਲਾਂ, ਤੇ ਫਿਰ ਸਾਡੇ ਮਨ 'ਚ ਵੀ ਇਹ ਖਾਹਿਸ਼ ਹੋਈ ਕਿ ਕਿਉਂ ਯਾਰ ਇਹ ਚੀਜ਼ ਨੂੰ ਅਸੀਂ ਵੀ ਸ਼ੁਰੂ ਕਰੀਏ, ਅੱਛੀ ਵਧੀਆ ਚੀਜ਼ ਹੈਗੀ ਹੈ, ਕਿਉਂਕਿ ਇਸ ਨੂੰ ਅਸੀਂ ਕਰਦੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਹੋਰ ਜ਼ਿਆਦਾ ਇਸ ਬਾਰੇ ਪਤਾ ਲੱਗੂਗਾ। ਤੇ ਅਸੀਂ ਉਹਨਾਂ ਨੂੰ ਦੇਖਦੇ ਹੋਏ ਕਿ ਆਪ ਵੀ ਅਸੀਂ ਇਸ ਸ਼ੌਂਕ ਨੂੰ ਵਿੱਚ ਇਨਵੋਲਵ ਹੋ ਗਏ। ਸਰ ਬਹੁਤ ਸਾਰੇ ਨੋਟ ਜਿਹੜੇ ਨੇ ਕਰੰਸੀ ਬੰਦ ਹੋ ਚੁੱਕੀ ਹੈ। ਲੇਟੈਸਟ ਜੇ ਆਪਾਂ ਕਰੰਸੀ ਬੰਦ ਹੋਏ ਦੀ ਗੱਲ ਕਰੀਏ ਤਾਂ 500,000 ਦੇ ਨੋਟ ਕਾਫੀ ਚਰਚਾ ਦੇ ਵਿੱਚ ਰਹੇ ਸੀ ਜਦੋਂ ਨੋਟਬੰਦੀ ਹੋਈ ਸੀ। ਤੇ ਹੁਣ ਆਉਣ ਵਾਲੀ ਜਨਰੇਸ਼ਨ ਦੇ ਲਈ ਕਿਸ ਤਰ੍ਹਾਂ ਅਵੇਅਰ ਕਰਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਨੋਟ ਦੀ ਕਲੈਕਸ਼ਨ ਜਿਹੜੀ ਹੈ ਤੁਹਾਡੇ ਕੋਲ ਹੈਗੀ ਹੈ, ਕਿਸ ਤਰ੍ਹਾਂ ਬੱਚਿਆਂ ਦੇ ਵਿੱਚ ਵਿਚਰਿਆ ਜਾਂਦਾ ਹੈ? ਜਿਹੜਾ ਕਰੰਸੀ ਨੋਟਸ ਹੈਗੇ, ਹੁਣ ਕਈ ਐਸੇ ਨੋਟਸ ਹੈ ਜਿਹੜੇ ਕਿ ਬੰਦ ਨਹੀਂ ਸੀ ਹੋਏ, ਲੇਕਿਨ ਉਹ ਆਟੋਮੈਟਿਕਲੀ ਹੌਲੀ ਉਹਨਾਂ ਦਾ ਸਥਾਨ ਨਵੇਂ ਨੋਟਾਂ ਨੇ ਲੈ ਲਿਆ। ਉਹ ਆਲਮੋਸਟ ਹੀ ਬੰਦ ਹੀ ਹੋ ਗਏ। ਜਿੱਦਾਂ ਕਿ ਹੁਣ 5 ਦਾ ਨੋਟ ਹੈਗਾ, ਪੂਰੀ ਪੈਕਟ ਹੈਗਾ, ਇਹ ਜਿਹੜਾ ਪੈਕਟ ਹੈਗਾ 1970 ਦੇ ਵਿੱਚ ਸਰਕੂਲੇਸ਼ਨ 'ਚ ਆਏ ਇਹ ਨੋਟਸ, ਤੇ ਇਹ ਉਹ ਸਾਡੇ ਕੋਲ ਪੂਰੇ ਪੈਕਟ ਹੈਗੇ ਨੇ ਬਣੇ ਹੋਏ। ਲੇਕਿਨ ਇਹ ਨੋਟ ਇਹ ਨਹੀਂ ਹੈ ਕਿ ਇਹਨੂੰ ਗੌਰਮੈਂਟ ਨੇ, ਰਿਜ਼ਰਵ ਬੈਂਕ ਨੇ ਬੰਦ ਕਰਤਾ ਸੀਗਾ। ਇਹ ਹੌਲੀ ਜਿਹੜੇ ਹੈਗਾ ਸਰਕੂਲੇਸ਼ਨ 'ਚੋਂ ਆਊਟ ਹੁੰਦੇ ਗਏ ਮਾਰਕੀਟ 'ਚੋਂ, ਉਹ ਇਹਨਾਂ ਦਾ ਸਥਾਨ ਜਿਹੜਾ ਹੈ ਨਵੇਂ ਨੋਟਾਂ ਨੇ ਲੈ ਲਿਆ। ਲੇਕਿਨ ਇਹਨਾਂ ਨੂੰ ਜੇ ਆਪਾਂ ਕਹੀਏ ਕਿ ਇਹਨਾਂ ਨੂੰ ਬੰਦ ਕੀਤਾ, ਕਿ ਗੌਰਮੈਂਟ ਨੇ ਬੰਦ ਨਹੀਂ ਕੀਤਾ, ਰਿਜ਼ਰਵ ਬੈਂਕ ਨੇ ਇਹਨੂੰ ਬੰਦ ਨਹੀਂ ਕੀਤਾ, ਇਹ ਸਟਿਲ ਚੱਲਦੇ ਰਹੇ, ਫਿਰ ਵੀ ਵਿੱਚ ਚੱਲਦੇ ਰਹੇ। ਹੌਲੀ ਉਹ ਇੱਕ ਟਾਈਮ ਐਸਾ ਹੈ ਕਿ ਉਹ ਹੌਲੀ ਬਿਲਕੁਲ ਨਜ਼ਰ ਆਉਣੇ ਬੰਦ ਹੋ ਗਏ। ਉਹਨਾਂ ਦਾ ਸਥਾਨ ਜਿਹੜਾ ਹੈਗਾ ਨਵੇਂ ਨੋਟਾਂ ਨੇ ਲੈ ਲਿਆ। ਸਰ ਇਹਨਾਂ ਦੀ ਕੋਸਟਿੰਗ ਦਾ ਕਿਵੇਂ ਫਿਰ ਮੈਨੇਜ ਕੀਤਾ ਜਾਂਦਾ ਹੈ? ਕਿਉਂਕਿ ਜਦੋਂ ਆਪਾਂ ਕਿਸੇ ਤੋਂ ਲੈਂਦੇ ਹਾਂ ਤਾਂ ਉਹ ਕਾਫੀ ਮਹਿੰਗੇ ਦਿੰਦੇ ਹੋਣਗੇ, ਕਿਉਂਕਿ ਕਾਫੀ ਪੁਰਾਣੀ ਕਲੈਕਸ਼ਨ, ਰੇਅਰ ਹੁੰਦੇ ਨੇ ਇਹ ਚੀਜ਼ਾਂ। ਉਹ ਰੇਅਰ ਜਿੰਨਾ ਪੁਰਾਣੇ ਹੋਣਗੇ, ਇਹ ਜ਼ਰੂਰੀ ਨਹੀਂ ਹੈ ਕਿ ਜਿੰਨਾ ਪੁਰਾਣੇ ਹੋਣਗੇ ਕਿ ਉਹਨਾਂ ਉਹ ਰੇਅਰ ਹੋਣਗੇ, ਐਸਾ ਨਹੀਂ ਹੈ। ਕਿ ਜਿੰਨਾ ਵੀ ਕਰੰਸੀ ਨੋਟਸ ਹੈ, ਜੋ ਵੀ ਕੁਆਇਨਸ ਹੈਗੇ ਹੈ, ਜਿਹੜਾ ਕਿ ਬਹੁਤ ਘੱਟ ਬਣੇ, ਉਹਨਾਂ ਦੀ ਵੈਲਿਊ ਜ਼ਿਆਦਾ ਹੁੰਦੀ ਹੈ। ਇਹ ਨਹੀਂ ਹੈ ਕਿ ਜਿਹੜਾ ਪੁਰਾਣਾ ਜ਼ਿਆਦਾ ਹੋਏਗਾ ਤੇ ਉਹਦੀ ਕੀਮਤ ਜ਼ਿਆਦਾ ਹੋਏਗੀ, ਐਸਾ ਨਹੀਂ ਹੈ। ਜਿੱਦਾਂ ਹੁਣ 1964 ਦਾ ਨੋਟ ਜਿਹੜਾ ਹੈਗਾ 1 ਰੁਪਏ ਦਾ, ਬਹੁਤ ਜ਼ਿਆਦਾ ਕੋਸਟਲੀ ਹੈ, ਬਹੁਤ ਘੱਟ ਬਣਿਆ ਸੀਗਾ। ਉਹਦਾ ਸਿਰਫ ਇੱਕ ਜਿਹੜਾ ਹੈਗਾ ਇੱਕੋ ਪ੍ਰੀਫਿਕਸ ਦੇ ਵਿੱਚ ਉਹ 1964 ਦਾ ਨੋਟ ਆਇਆ ਸੀਗਾ, ਔਰ ਉਹਦੀ ਵੈਲਿਊ ਬਹੁਤ ਜ਼ਿਆਦਾ ਹੈ। ਉਸ ਤੋਂ ਪਹਿਲੇ ਦੇ ਨੋਟ ਜਿਹੜੇ ਹੈਗੇ ਆ, ਉਹਨਾਂ ਦੀ ਇੰਨੀ ਵੈਲਿਊ ਨਹੀਂ ਹੋਣੀ ਜਿੰਨੀ ਕਿ ਉਹਦੀ ਵੈਲਿਊ ਹੈਗੀ ਹੈ। ਤੇ ਇਹ ਸਿਰਫ ਗੱਲ ਡਿਪੈਂਡ ਉੱਤੇ ਕਰਦੀ ਹੈ ਕਿ ਜਿੰਨਾ ਘੱਟ ਬਣਿਆ ਉਨੀ ਉਹਦੀ ਕੀਮਤ ਜ਼ਿਆਦਾ ਹੈ। ਸਰ ਕਿਹੜੇ ਕਰੰਸੀ ਜਿਹੜੀ ਹੈ ਤੁਸੀਂ ਇਸ ਟਾਈਮ ਸਾਂਭ ਕੇ ਰੱਖੀ ਹੋਈ ਹੈ? ਸਾਡੇ ਦਰਸ਼ਕਾਂ ਨਾਲ ਵੀ ਜਿਹੜਾ ਸਾਂਝੀ ਕਰੋ ਆਪਣੀ ਕਲੈਕਸ਼ਨ। ਮੇਰੇ ਕੋਲ ਸਭ ਤੋਂ ਪਹਿਲਾਂ ਤਾਂ 1 ਰੁਪਏ ਦਾ ਤੁਹਾਨੂੰ ਨੋਟ ਦਿਖਾਉਣਾ ਚਾਹਾਂਗਾ, ਜਿਹੜਾ ਕਿ ਸਭ ਤੋਂ ਪੁਰਾਣਾ ਹੈਗਾ। ਆਮ ਤੌਰ 'ਤੇ ਅੱਜ ਕਿਸੇ ਨੂੰ ਅਸੀਂ ਕਹੀਏ ਕਿ ਤੁਹਾਡੇ ਪੋਕਟ 'ਚ 1 ਰੁਪਏ ਨੋਟ ਹੈਗਾ, ਤੇ ਉਹ ਕਹੇਗਾ, ਰਿਫਿਊਜ਼ ਕਰ ਦੇਗਾ ਜੀ, ਨਹੀਂ ਮੇਰੇ ਕੋਲ 1 ਰੁਪਏ ਨੋਟ ਨਹੀਂ ਹੈਗਾ, ਮੇਰੇ ਕੋਲ ਕੁਆਇਨ ਹੈਗਾ ਪੋਕਟ ਦੇ ਵਿੱਚ। 1 ਰੁਪਏ ਦਾ ਮੇਰੇ ਕੋਲ ਕਰੰਸੀ ਨੋਟ ਜਿਹੜੇ ਹੈਗਾ, 1 ਰੁਪਏ ਦਾ ਨੋਟ ਟਿਲ 1917 ਤੋਂ ਸ਼ੁਰੂ ਹੋ ਕੇ ਅਪ ਟੂ 2020 ਤੱਕ ਦੇ ਮੇਰੇ ਕੋਲ ਸਾਰੇ ਨੋਟ ਬਹੁਤ ਅੱਛੀ ਕੰਡੀਸ਼ਨ ਦੇ ਵਿੱਚ ਮੇਰੇ ਕੋਲ ਅਵੇਲੇਬਲ ਹੈਗੇ ਨੇ। ਔਰ ਤੁਸੀਂ ਆ ਦੇਖ ਸਕਦੇ ਹੋ, ਇਹ ਤੇ ਬਕਾਇਦਾ ਕਿ ਇਸ ਜਿਹੜਾ ਹੈਗਾ ਈਅਰ ਵੀ ਲਿਖਿਆ ਪਿਆ ਹੈ। ਇਹ ਜਿਹੜਾ ਹੈਗਾ 12 ਅਗਸਤ 1949 ਨੂੰ ਇਹ ਸਰਕੂਲੇਸ਼ਨ 'ਚ ਸ਼ੁਰੂ ਹੋਇਆ ਸੀਗਾ।
ਹੁਣ ਜਿੱਦਾਂ ਤੁਹਾਨੂੰ ਮੈਂ ਜ਼ਿਕਰ ਕਰ ਰਿਹਾ ਸੀ 1964 ਦਾ ਨੋਟ ਬਹੁਤ ਕੀਮਤੀ ਨੋਟ ਹੈਗਾ ਜੀ, ਉਹ ਵੀ ਮੇਰੇ ਕੋਲ ਬੜੇ ਅੱਛੀ ਕੰਡੀਸ਼ਨ ਦੇ ਵਿੱਚ ਨੋਟ ਹੈਗਾ ਹੈ 1964 ਦਾ। ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ, ਆਹ 1964 ਦਾ ਨੋਟ ਹੈਗਾ ਜੀ। ਕਿਉਂਕਿ ਉਸ ਟਾਈਮ 1964 ਦੇ ਵਿੱਚ ਇਹ ਜਿਹੜਾ ਕਰੰਸੀ ਨੋਟ ਸੀਗਾ, ਇੰਡੀਆ ਦੀ ਇਕੋਨਮੀ ਇੰਨੀ ਜ਼ਿਆਦਾ ਡਾਊਨ ਹੋ ਗਈ ਸੀਗੀ, ਉਸ ਸਾਲ ਸਿਰਫ 5 ਰੁਪਏ ਨੋਟ ਤੇ ਇੱਕ ਜਿਹੜਾ 1 ਰੁਪਏ ਨੋਟ, ਇਹ ਦੋ ਹੀ ਨੋਟ ਛਪੇ ਸੀਗੇ। ਸਿਰਫ ਇਹ ਦੋ ਹੀ ਜਿਹੜੇ ਕਰੰਸੀ ਨੋਟ ਸੀਗੇ, 5 ਰੁਪਏ ਵਾਲਾ ਔਰ 1 ਰੁਪਏ ਵਾਲਾ ਪ੍ਰਿੰਟ ਹੋਇਆ ਸੀਗਾ। 1 ਰੁਪਏ ਵਾਲਾ ਜਿਹੜਾ ਨੋਟ ਹੈਗਾ, ਇਹਦੇ ਵਿੱਚ ਵੀ ਸਿਰਫ ਇੱਕੋ ਹੀ ਪ੍ਰੀਫਿਕਸ ਦੇ ਵਿੱਚ ਨੋਟ ਆਏ ਸੀਗੇ 1964 ਦੇ ਵਿੱਚ। ਔਰ ਇਹ ਜਿਹੜੇ ਕਰੰਸੀ ਨੋਟਸ ਹੈਗੇ, ਸਭ ਤੋਂ ਇਹ ਕੀਮਤੀ ਨੋਟ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ। ਇਹਨਾਂ ਦੀ ਵੈਲਿਊ ਬਹੁਤ ਜ਼ਿਆਦਾ ਵੈਲਿਊ ਹੈਗੀ ਹੈ ਨੋਟਸ ਦੀ। ਔਰ ਇਹ ਦੇਖੋ, ਤੁਸੀਂ ਦੇਖ ਰਹੇ ਹੋ, ਇਹ ਬਹੁਤ ਹੀ ਅੱਛੀ ਕੰਡੀਸ਼ਨ 'ਚ ਨੋਟ ਹੈਗਾ ਜੀ। ਸਰ ਕਰੰਸੀ ਨੋਟਸ ਤੋਂ ਇਲਾਵਾ ਤੁਸੀਂ ਸਿੱਕਿਆਂ ਦੀ ਕਲੈਕਸ਼ਨ ਵੀ ਰੱਖਦੇ ਹੋਗੇ? ਹਾਂਜੀ ਹਾਂਜੀ, ਮੇਰੇ ਕੋਲ ਕੁਆਇਨਸ ਵੀ ਹੈਗੇ, ਬ੍ਰਿਟਿਸ਼ ਇੰਡੀਆ ਦੇ ਕੁਆਇਨਸ ਵੀ ਹੈਗੇ ਨੇ। ਉਹਦੇ 'ਚ ਦੀਵਾਨੀਆਂ, ਅੱਧੇ ਪੈਸੇ, ਆਪਾਂ ਪਾਈਆਂ ਕਹਿੰਦੇ ਹਾਂ, ਪਾਈਆਂ ਵੀ ਸਾਡੇ ਕੋਲ ਹੈਗੀਆਂ। ਤਾਂਬੇ ਦੀਆਂ ਪਾਈਆਂ ਹੁੰਦੀਆਂ ਸੀਗੀਆਂ, ਉਹ ਪਾਈਆਂ ਜਿਹੜੀਆਂ ਹੈਗੀਆਂ, ਅੱਜ ਜੇ ਕਿਸੇ ਨੂੰ ਅਸੀਂ ਪੁੱਛੀਏ ਕਿ ਇੱਕ ਪੈਸਾ ਹੈਗਾ, ਅਸੀਂ ਉਹਨਾਂ ਨੂੰ ਕਹਿੰਦੇ ਨਹੀਂ, ਸਾਡੇ ਕੋਲ ਅੱਧਾ ਪੈਸਾ ਵੀ ਹੈਗਾ। ਤੇ ਇਹ ਅੱਧਾ ਪੈਸਾ ਛੱਡੋ, ਸਾਡੇ ਕੋਲ ਤੁਹਾਨੂੰ ਪਾਈ ਵੀ ਤੁਹਾਨੂੰ ਦਿਖਾ ਸਕਦੇ ਹਾਂ। ਸਰ ਮੈਂ ਇੱਕ ਵਾਰ ਜ਼ਰੂਰ ਚਾਹਾਂਗੀ ਕਿ ਸਾਡੇ ਦਰਸ਼ਕਾਂ ਨਾਲ ਜਿਹੜੀ ਤੁਹਾਡੀ ਕੁਆਇਨਸ ਦੀ ਕਲੈਕਸ਼ਨ ਹੈ ਉਹ ਵੀ ਇੱਕ ਵਾਰ ਸਾਂਝੀ ਕਰੋ। ਹਾਂਜੀ, ਇਹਦੇ ਮੇਰੇ ਕੋਲ ਕੁਆਇਨਸ ਹੈਗੇ ਨੇ, ਇਹ ਬ੍ਰਿਟਿਸ਼ ਇੰਡੀਆ ਦੇ ਕੁਆਇਨਸ ਹੈਗੇ ਨੇ। ਇਹਦੇ 'ਚ ਕਈ ਅੱਧੇ ਪੈਸੇ, ਪਾਈਆਂ, ਇਹਦੇ 'ਚ ਧੇਲੇ ਵੀ ਹੈਗੇ ਨੇ। ਔਰ ਪਹਿਲੇ ਆਨੇ ਚੱਲਦੇ ਹੁੰਦੇ ਸੀ, ਅੱਧਾ ਆਨਾ, 1 ਆਨਾ, ਇਹ ਸਾਰੇ ਸਾਡੇ ਕੋਲ ਕਲੈਕਸ਼ਨ ਹੈਗੀ ਆ। ਤੁਸੀਂ ਇਹ ਦੇਖ ਸਕਦੇ ਹੋ, ਆ ਸਾਰੇ ਜਿਹੜੇ ਹੈਗੇ ਇਹ ਆਨੇ ਔਰ ਪੁਰਾਣੇ ਬ੍ਰਿਟਿਸ਼ ਟਾਈਮ ਦੇ ਵੀ ਇਹ 'ਚ ਆਨੇ ਲੱਗੇ ਹੋਏ ਨੇ। ਇਹ ਸਾਰੇ ਬ੍ਰਿਟਿਸ਼ ਟਾਈਮ ਦੇ ਹੀ ਕੁਆਇਨਸ ਹੈਗੇ ਨੇ। ਆਹ ਜਿਹੜੇ ਹੈਗੇ ਨੇ ਜੀ, ਅੱਧੇ ਆਨੇ ਹੈਗੇ ਜੀ, ਅੱਧਾ ਆਨਾ। ਇਹਦੇ 'ਚ ਮੈਟਲ, ਤਾਂਬੇ 'ਚ ਵੀ ਆਉਂਦੇ ਸੀਗੇ ਤੇ ਬਰਾਸ 'ਚ ਵੀ ਆਉਂਦੇ ਸੀਗੇ, ਤੇ ਇਹਦੇ ਵਿੱਚ ਇਹ ਆਪਣਾ ਕਾਪਰ ਨਿਕਲ ਵਿੱਚ ਵੀ ਆਉਂਦੇ ਸੀਗੇ। ਤੇ ਇਹ ਜਿਹੜੇ ਹੈਗੇ ਨੇ, ਇਹਦੇ ਵਿੱਚ ਆਫਟਰ ਇੰਡੀਪੈਂਡੈਂਸ ਬੁੱਲ ਵਾਲੇ ਕੁਆਇਨਸ ਵੀ ਆਏ ਸੀਗੇ। ਤੇ ਇਹ ਜਿਹੜੇ ਹਿੰਦੁਸਤਾਨ ਆਜ਼ਾਦੀ ਤੋਂ ਬਾਅਦ ਇਹ ਸੇਮ ਉਹੀ ਉਸੇ ਪੈਟਰਨ ਦੇ ਵਿੱਚ, ਉਸੇ ਡਿਜ਼ਾਈਨ ਦੇ ਵਿੱਚ ਇਹ ਜਿਹੜੇ ਕੁਆਇਨਸ ਹੈਗੇ, ਬੁੱਲ ਵਾਲੇ ਕੁਆਇਨਸ ਜਿਹੜੇ ਸੀਗੇ, ਇਹ ਵੀ ਆਏ ਸੀਗੇ। ਇਹ ਉਸ ਜ਼ਮਾਨੇ 'ਚ ਕਿ ਆਨੇ ਜਿਹੜੇ ਸੀਗੇ, ਆਨੇ ਹੀ ਚੱਲਦੇ ਸੀਗੇ। 1 ਅਪ੍ਰੈਲ 1900 ਜਿਹੜਾ ਹੈਗਾ 1957 ਤੋਂ ਜਿਹੜਾ ਹੈਗਾ ਡੈਸੀਮਲ ਸਿਸਟਮ ਇੰਡੀਆ 'ਚ ਅਪਲਾਈ ਹੋ ਗਿਆ ਸੀਗਾ। ਕਿ ਉਹਦੇ ਨਾਲ ਕੀ ਹੈ ਕਿ ਜਿਹੜਾ ਆਨਿਆਂ ਦਾ ਸਿਸਟਮ ਖਤਮ ਹੋ ਗਿਆ ਸੀਗਾ ਤੇ ਪੈਸੇ ਦਾ ਸਿਸਟਮ ਸ਼ੁਰੂ ਹੋ ਗਿਆ ਸੀਗਾ। ਉਸ ਪਹਿਲੇ 16 ਆਨੇ ਦਾ 1 ਰੁਪਇਆ ਹੁੰਦਾ ਸੀਗਾ, ਫਿਰ 100 ਪੈਸੇ ਦਾ 1 ਰੁਪਇਆ ਬਣ ਗਿਆ। ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਇਹ ਡੈਸੀਮਲ ਸਿਸਟਮ ਜਿਹੜਾ ਹੈਗਾ ਇੰਡੀਆ ਵਿੱਚ 1 ਅਪ੍ਰੈਲ 1957 ਨੂੰ ਲਾਗੂ ਹੋ ਗਿਆ ਸੀਗਾ। ਤੇ ਇਹਦੇ ਵਿੱਚ ਉਸ ਤੋਂ ਪਹਿਲੇ ਸਾਰੇ ਆਨੇ ਹੀ ਆਉਂਦੇ ਸੀਗੇ, ਤੇ ਫਿਰ ਇਹ ਸਾਰੇ ਆਨੇ ਉਹ ਜਿਹੜੇ ਹੈਗੇ ਨੇ, ਉਹ ਆਨਿਆਂ ਵਿੱਚ ਹੀ ਕੁਆਇਨਸ ਹੈਗੇ ਸਾਰੇ। ਸਰ ਹੋਰ ਕੁਆਇਨਸ ਦੀ ਕਲੈਕਸ਼ਨ ਕਿਹੜੀ ਕਿਹੜੀ ਹੈ ਤੁਹਾਡੇ ਕੋਲ? ਤੁਸੀਂ ਦੇਖ ਸਕਦੇ ਹੋ, ਕੁਈਨ ਵਿਕਟੋਰੀਆ ਦੇ ਚਾਂਦੀ ਦੇ ਦੀਵਾਨੀ ਹੈਗੀ ਹੈ, ਇਹ ਚਵਾਨੀ ਹੈਗੀ ਹੈ, 4 ਆਨੇ ਨੇ, ਇਹ 8 ਆਨੇ ਹੈਗੇ ਨੇ, ਇਹ ਰੁਪਇਆ ਹੈਗਾ। ਇਸੇ ਤਰੀਕੇ ਨਾਲ ਜਿਹੜਾ ਹੈਗਾ ਬਰਾਸ ਦੇ ਵਿੱਚ ਹਾਫ ਆਨਾ, ਕੁਆਟਰ ਆਨਾ, ਸਾਰੇ ਜਿਹੜੇ ਹੈਗੇ ਨੇ, ਕੁਆਟਰ ਆਨਾ ਹੈਗਾ, ਇਹ ਹਾਫ ਆਨਾ ਹੈਗਾ। ਔਰ ਇਸੇ ਤਰ੍ਹਾਂ ਨਾਲ ਆਹ ਜਿਹੜਾ ਹੈਗਾ ਅੱਧਾ ਪੈਸਾ ਹੈਗਾ, ਹਾਫ ਪਾਈਸ, ਅੱਧਾ ਪੈਸਾ, ਠੀਕ ਹੈ ਜੀ। ਇਸੇ ਤਰੀਕੇ ਨਾਲ 1/12 ਆਨਾ ਜਿਹਨੂੰ ਅਸੀਂ ਪਾਈ ਕਹਿੰਦੇ ਸੀ, ਉਹ ਆ ਹੈਗੇ ਜੀ, ਇਹ ਪਾਈ ਹੈਗੀ ਹੈ। ਤੇ ਮੇਰੇ ਨਾਲ ਰੋਹਿਤ ਤਿਵਾਰੀ ਮੌਜੂਦ ਸੀਗੇ, ਜਿਨ੍ਹਾਂ ਨੇ ਤਕਰੀਬਨ 35 ਸਾਲਾਂ ਦੀ ਆਪਣੀ ਕਲੈਕਸ਼ਨ ਜਿਹੜੀ ਹੈ ਸਾਡੇ ਨਾਲ ਸਾਂਝੀ ਕੀਤੀ। ਕੈਮਰਾ ਪਰਸਨ ਵਿਜੇ ਦੇ ਨਾਲ ਅੰਚਲ ਜੱਡਾ, ਪੰਜਾਬ ਬੁਲੇਟਿਨ।